ਜਿਹੜਾ ਲਾਲ ਡੋਰਾ ਆ ਚੰਡੀਗੜ੍ਹ ਦਾ ਉਹ ਹਜ਼ਾਰਾਂ ਪਰਿਵਾਰਾਂ ਦੇ ਗਲੇ ਦਾ ਫਾਹਾ ਬਣਿਆ। ਕਾਰਪੋਰੇਸ਼ਨ ਕਹਿੰਦੇ ਵੀ ਸਾਡੇ ਕੋਲ ਉਹਨਾਂ ਦੇ ਬਕਾਇਦਾ ਨੋਟੀਫਿਕੇਸ਼ਨ ਹੈ ਵੀ ਸਾਡੇ ਰੈੱਡ ਲਾਈਨ ਤੋਂ ਜਿਹੜਾ ਅੰਦਰ ਦਾ ਏਰੀਆ ਸਾਡੇ ਕੋਲ ਹੈ, ਸਾਡੇ ਕੋਲ ਬਾਹਰ ਵਾਸਤੇ ਕੋਈ ਡਿਵੈਲਪਮੈਂਟ ਵਾਸਤੇ ਜਾਂ ਕਿਸੇ ਵਾਸਤੇ ਸਾਡੇ ਕੋਲ ਨਹੀਂ ਆ ਸਕਦੇ। ਲਾਲ ਡੋਰੇ ਦੇ ਜਿਹੜੇ ਅੰਦਰ ਨੇ ਲੋਕ ਉਹ ਤਾਂ ਰਾਜੇ ਨੇ, ਜਿਹੜੇ ਬਾਹਰ ਨੇ ਉਹ ਡਿਸਪੋਜ਼ੇਬਲ ਕਰੋਕਰੀ ਨੇ। ਜਿਹੜਾ ਤੁਸੀਂ ਮਕਾਨ ਬਣਾ ਲਿਆ ਉਹਦੀ ਕੋਈ ਰਜਿਸਟਰੀ ਤੁਹਾਡੇ ਕੋਲ ਹੈਗੀ ਆ ਜਾਂ ਕੀ ਆ ਤੁਹਾਡੇ ਕੋਲ? ਇਹ ਪ੍ਰਸ਼ਾਸਨ ਦੇ ਕਾਗਜ਼ਾਂ 'ਚ ਫਾਈਲਾਂ ਵਿੱਚ ਜਾਂ ਅਧਿਕਾਰੀਆਂ ਦੇ ਅੱਖਾਂ ਮੁਤਾਬਕ ਇੱਥੇ ਖੇਤ ਨੇ, ਤੇ ਜਦੋਂ ਇਹ ਮਕਾਨ ਬਣੇ ਰਾਤੋਂ ਰਾਤ ਬਣ ਗਏ, ਪ੍ਰਸ਼ਾਸਨ ਨੇ ਦੇਖੇ ਨਹੀਂ। ਤਾਂ ਮੈਨੂੰ ਇਹ ਲੱਗਦਾ ਵੀ ਹਰੇਕ ਪਿੰਡ 'ਚ 1500 ਦਾ ਹੈਗਾ, ਤੇ ਮੇਰੇ ਹਿਸਾਬ ਨਾਲ 20-30 ਹਜ਼ਾਰ ਘਰ ਹੋਊਗਾ ਜਿਹੜਾ ਪੂਰੇ ਚੰਡੀਗੜ੍ਹ 'ਚ ਰੈੱਡ ਲਾਈਨ ਤੋਂ ਬਾਹਰ बैठा है। IT पार्क बना हुआ है किशनगढ़ की ज़मीन में, किशनगढ़ मनीमाजरा के एरिया में। जब वो एरिया जो है पैराफेरी में पड़ता है तो वो कंस्ट्रक्शन कैसे हो गई है? जिस टाइम हमने जो है वोट डालनी होती है उस टाइम जो है वो हर एक को हमें धूप बत्ती दिखाने को तैयार हैं, लेकिन जब वो काम हो जाता है उसके बाद वो कहते हैं जी आप कौन। रिसेंटली जब धर्मपाल जी ने बयान दिया तो मैंने जो है इसके लिए ये चिट्ठी लिखी थी जो है मोदी जी को, और उनको कहा था कि जी ये चीज़ है, ये क्या होगा। तो इसका भी इन्होंने फॉरवर्डिंग लेटर मुझे तो दे दिया PMO से, एडमिनिस्ट्रेशन क्या कर रहा है कुछ नहीं। 29 ਸਾਲ ਹੋ ਗਏ। 29 ਸਾਲਾਂ 'ਚ ਜਿਹੜੇ ਘਰ ਦੀ ਛੱਤ ਥੱਲੇ ਤੁਸੀਂ ਸੌਂਦੇ ਜੇ, ਉੱਥੇ ਰਹਿੰਦੇ ਜੇ, ਨਿੱਘ ਮਾਣਦੇ ਜੇ, ਤੁਹਾਡਾ ਮਤਲਬ ਤੁਹਾਨੂੰ 24 ਘੰਟੇ ਬਲਡੋਜ਼ਰਾਂ ਦੀ ਆਵਾਜ਼ ਗੂੰਜਦੀ ਰਹਿੰਦੀ ਹੈ। ਅਸੀਂ ਕਈ ਲੋਕਾਂ ਨੂੰ ਅਸੀਂ ਸਹਿੰਦੇ ਵੀ ਪਿੰਡਾਂ 'ਚ ਰਹੋ, ਪਰ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਯਾਰ ਇੱਥੇ ਆਬਾਦੀ ਬਾਹਰ ਤੋਂ ਆ ਕੇ ਵਸ ਗਈ, ਕੰਜਸਟਡ ਹੈ, ਸਾਡਾ ਮਕਾਨ ਪਾਸ ਨਹੀਂ ਹੁੰਦਾ, ਸਾਡੇ ਅਸੀਂ ਲੋਨ ਨਹੀਂ ਲੈ ਸਕਦੇ। ਸ਼ੀਸ਼ਾ ਬੋਲਦਾ ਸੱਚ। ਅੱਜ ਤੁਹਾਨੂੰ ਚੰਡੀਗੜ੍ਹ ਦਾ ਇੱਕ ਹੋਰ ਰੂਪ ਦਿਖਾਵਾਂਗੇ। ਤੁਹਾਨੂੰ ਪਹਿਲਾਂ ਵੀ ਚੰਡੀਗੜ੍ਹ ਦੇ ਕਈ ਦ੍ਰਿਸ਼ ਦਿਖਾਏ ਨੇ ਵੀ ਚੰਡੀਗੜ੍ਹ ਵਿੱਚ ਇੱਕ ਪਾਸੇ VIP ਇੱਕ ਪਾਸੇ ਬਹੁਤ ਖੂਬਸੂਰਤ ਸਿਟੀ ਤੇ ਦੂਸਰੇ ਪਾਸੇ ਨਰਕ ਭਰਿਆ ਜੀਵਨ। ਪਰ ਅੱਜ ਤੁਹਾਨੂੰ ਚੰਡੀਗੜ੍ਹ ਦੀ ਇੱਕ ਬਹੁਤ ਵੱਡੀ ਸਮੱਸਿਆ ਦੱਸਾਂਗੇ, ਇੱਕ ਲਾਲ ਡੋਰਾ। ਜਿਹੜਾ ਲਾਲ ਡੋਰਾ ਆ ਚੰਡੀਗੜ੍ਹ ਦਾ ਉਹ ਹਜ਼ਾਰਾਂ ਪਰਿਵਾਰਾਂ ਦੇ ਗਲੇ ਦਾ ਫਾਹਾ ਬਣਿਆ। ਕਿਉਂ ਫਾਹਾ ਬਣਿਆ ਇਹਦੇ ਬਾਰੇ ਗੱਲ ਕਰਾਂਗੇ। ਅੱਜ ਅਸੀਂ ਪਿੰਡ ਹੱਲੋ ਮਾਜਰਾ ਆਏ ਹਾਂ। ਇਹ ਚੰਡੀਗੜ੍ਹ ਦਾ ਜੱਦੀ ਪਿੰਡ ਆ, ਪਰ ਪਿੰਡ ਦਾ ਤੁਸੀਂ ਰੂਪ ਦੇਖ ਲਓ ਕਿ ਤੁਹਾਨੂੰ ਇਹ ਪਿੰਡ ਜਾਪਦਾ। ਇਹ ਪਿੰਡ ਜਿਹੜਾ ਕਿਸੇ ਵੇਲੇ ਜਿਹੜੀਆਂ ਗਲੀਆਂ ਤੁਸੀਂ ਦੇਖ ਰਹੇ ਜੇ, ਵੱਡੇ ਵੱਡੇ ਚੁਬਾਰੇ ਦੇਖ ਰਹੇ ਜੇ, ਵੱਡੀਆਂ ਵੱਡੀਆਂ ਪਾਰਕਿੰਗ ਦਾ ਰੌਲਾ ਦੇਖ ਰਹੇ ਜੇ, ਇੱਥੇ ਖੇਤ ਲਹਿਰਾਉਂਦੇ ਸੀ। ਪਰ ਜਦੋਂ ਚੰਡੀਗੜ੍ਹ ਬਣਿਆ, ਕਹਿੰਦੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ 28 ਪੰਜਾਬੀ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ, ਤੇ ਫਿਰ ਹਾਲਾਤ ਇੱਦਾਂ ਦੇ ਹੋ ਗਏ। ਇਹਦੇ ਸੰਬੰਧ ਵਿੱਚ ਪਿੰਡ ਹੱਲੋ ਮਾਜਰਾ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਸੁੱਖਾ ਤੇ ਇੱਕ ਲਾਲ ਡੋਰੇ ਤੇ ਬਾਹਰ ਵੱਸਦੇ ਜਿਹੜੇ ਇਹ ਲੋਕ ਨੇ, ਪੀੜਤ ਨੇ ਜਿਹੜੇ, ਉਹਨਾਂ ਦੇ ਇੱਕ ਨੁਮਾਇੰਦੇ BS ਰਾਵਤ ਨਾਲ ਗੱਲ ਕਰਾਂਗੇ। ਪਰ ਗੱਲ ਕਰਨ ਤੋਂ ਪਹਿਲਾਂ ਦੱਸਾਂਗੇ ਵੀ ਚੰਡੀਗੜ੍ਹ ਦਾ ਇੱਕ ਹਿੱਸਾ ਤੇ ਸ਼ਹਿਰੀ ਹੈ ਜਿੱਥੇ VIP ਲੋਕ ਵੱਸਦੇ ਨੇ, ਇੱਕ ਹਿੱਸਾ ਪਿੰਡਾਂ ਦਾ ਹੈ ਜਿੱਥੇ ਕਿਹਾ ਜਾਂਦਾ ਵੀ ਪਿੰਡਾਂ ਦੇ ਜੱਦੀ ਲੋਕ ਵੱਸਦੇ ਨੇ, ਤੇ ਫਿਰ ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰ ਜਿਹੜੇ ਹਜ਼ਾਰਾਂ ਪਰਿਵਾਰ ਵੱਸਦੇ ਨੇ। ਅੱਜ ਉਹਨਾਂ ਦੀ ਗਾਥਾ ਦੱਸਾਂਗੇ, ਕਿਉਂਕਿ ਉਹ ਆਪਣੇ ਘਰ ਵਿੱਚ ਰਹਿ ਕੇ ਵੀ ਮਹਿਸੂਸ ਕਰਦੇ ਵੀ ਇਹ ਸਾਡਾ ਘਰ ਨਹੀਂਗਾ। ਉਹਨਾਂ ਨੂੰ ਡਰ ਹੀ ਲੱਗਿਆ ਰਹਿੰਦਾ ਵੀ ਲਾਲ ਡੋਰੇ ਦੇ ਬਾਹਰ ਪੈਰੀਫੈਰੀ ਕੰਟਰੋਲ ਐਕਟ ਤਹਿਤ ਕਾਰਵਾਈ ਕਰਕੇ ਪ੍ਰਸ਼ਾਸਨ ਕਿਤੇ ਬਲਡੋਜ਼ਰ ਨਾ ਚਲਾ ਦੇ। ਕਿਉਂ ਬਲਡੋਜ਼ਰ ਚਲਾਉਣਾ ਚਾਹੁੰਦਾ ਪ੍ਰਸ਼ਾਸਨ, ਇਹਦੇ ਤੇ ਚਰਚਾ ਕਰਾਂਗੇ ਅੱਗੇ ਜਾ ਕੇ। ਹੁਣ ਤੁਹਾਨੂੰ ਉਹ ਲਾਲ ਡੋਰੇ ਦੀ ਗਾਥਾ ਸੁਣਾਵਾਂਗੇ ਜਿਹੜਾ ਲਾਲ ਡੋਰਾ ਪਿੰਡਾਂ ਦੇ ਬਾਹਰ ਵਸੇ ਲੋਕਾਂ ਦੇ ਗਲਾਂ ਦਾ ਫਾਹਾ ਬਣਿਆ। ਸਾਡੇ ਸੱਜੇ ਪਾਸੇ ਖੜੇ ਨੇ ਸੁਖਜੀਤ ਸਿੰਘ ਸੁੱਖਾ, ਜਿਹੜੇ ਪਿੰਡ ਹੱਲੋ ਮਾਜਰਾ ਦੇ ਸਾਬਕਾ ਸਰਪੰਚ ਨੇ,
ਜਦੋਂ ਇਹ ਸਰਪੰਚ ਸੀ ਉਦੋਂ ਪਿੰਡ ਕਾਰਪੋਰੇਸ਼ਨ 'ਚ ਗਏ ਤੇ ਪੰਚਾਇਤਾਂ ਦਾ ਭੋਗ ਪੈ ਗਿਆ। ਤੇ ਇੱਧਰ ਖੜੇ ਨੇ BS ਰਾਵਤ, ਜਿਹੜੇ ਲਾਲ ਡੋਰੇ ਤੋਂ ਬਾਹਰ ਵੱਸਦੇ ਪੀੜਤ ਨੇ, ਉਹਨਾਂ ਦੇ ਇੱਕ ਬੁਲਾਰੇ ਨੇ, ਨੁਮਾਇੰਦੇ ਨੇ। ਇਹਨਾਂ ਨੂੰ ਪੁੱਛਾਂਗੇ ਵੀ ਕੀ ਤਕਲੀਫ ਹੈ। ਸੁਖਜੀਤ ਜੀ, ਪਹਿਲਾਂ ਤਾਂ ਇਹ ਦੱਸੋ ਵੀ ਇਹ ਲਾਲ ਡੋਰੇ ਦੇ ਅੰਦਰ, ਇਹ ਲਾਲ ਡੋਰੇ ਦੇ ਬਾਹਰ ਆਬਾਦੀ, ਫਰਕ ਕੀ ਹੈ? ਫਰਕ ਬਹੁਤ ਹੈ ਜੀ। ਇਹਨਾਂ ਨੂੰ ਸਾਰੀਆਂ ਸੁਵਿਧਾ ਮਿਲ ਜਾਂਦੀਆਂ ਰੈੱਡ ਲਾਈਨ ਤੋਂ ਅੰਦਰ, ਤੇ ਬਾਹਰ ਵਾਲਿਆਂ ਨੂੰ ਕੋਈ ਸੁਵਿਧਾ ਨਹੀਂ ਹੈ। ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਾਰਪੋਰੇਸ਼ਨ ਦਫ਼ਤਰ ਚਲੇ ਜਾਓ, ਕਾਰਪੋਰੇਸ਼ਨ ਕਹਿੰਦੇ ਵੀ ਸਾਡੇ ਕੋਲ, ਉਹਨਾਂ ਦੇ ਬਕਾਇਦਾ ਨੋਟੀਫਿਕੇਸ਼ਨ ਹੈ ਵੀ ਸਾਡੇ ਰੈੱਡ ਲਾਈਨ ਤੋਂ ਜਿਹੜਾ ਅੰਦਰ ਦਾ ਏਰੀਆ ਸਾਡੇ ਕੋਲ ਹੈ, ਸਾਡੇ ਕੋਲ ਬਾਹਰ ਵਾਸਤੇ ਕੋਈ ਡਿਵੈਲਪਮੈਂਟ ਵਾਸਤੇ ਜਾਂ ਕਿਸੇ ਵਾਸਤੇ ਸਾਡੇ ਕੋਲ ਨਹੀਂ ਆ ਸਕਦੇ। ਜਦੋਂ ਲੋਕ ਕਹਿੰਦੇ ਵੀ ਅਸੀਂ ਵੋਟਾਂ ਪਾਈਆਂ, ਉਹ ਕਹਿੰਦੇ ਕਿ ਤੁਸੀਂ MP ਫੰਡ ਤੋਂ ਕੁਝ ਵੀ ਕਰਵਾ ਸਕਦੇ ਹੋ। ਮਤਲਬ ਜਿਹੜੇ ਬਾਹਰ ਲਾਲ ਡੋਰੇ ਤੋਂ ਬਾਹਰ ਵੱਸਦੇ ਨੇ, ਉਹਨਾਂ ਦੀਆਂ ਵੋਟਾਂ ਨਾਲ MP ਬਣਦੇ ਨੇ, ਕਾਉਂਸਲਰ ਬਣਦੇ ਨੇ, ਮੇਅਰ ਬਣਦੇ ਨੇ, ਪਰ ਬਣਨ ਤੋਂ ਬਾਅਦ ਕਹਿੰਦੇ ਵੀ ਤੁਸੀਂ ਲਵਾਰਸ ਜੇ, ਤੁਹਾਡਾ ਸਾਡੇ ਨਾਲ ਕੋਈ ਸੰਬੰਧ ਨਹੀਂ। ਬਿਲਕੁਲ ਬਿਲਕੁਲ। ਇਹ ਸਾਰੇ ਪਿੰਡਾਂ ਨੂੰ ਜੀ ਇੱਥੇ ਸਾਡੇ ਪਿੰਡ ਨੂੰ ਜਿੰਨੇ ਵੀ ਇੱਥੇ ਲੋਕ ਨੇ, ਪੁੱਛ ਲਓ ਕਿਸੇ ਨੂੰ ਪੁੱਛ ਲਓ, ਉਹ ਵਿਚਾਰੇ ਇਹੀ ਕਹਿੰਦੇ ਵੀ ਜਦੋਂ ਸਾਡੇ ਵੋਟਾਂ ਲੈਣ ਵਾਲੇ ਸਾਨੂੰ ਵਾਅਦੇ ਕਰ ਦਿੱਤੇ ਜਾਂਦੇ ਨੇ, ਇਲੈਕਸ਼ਨ ਆਉਂਦਾ, ਰੈੱਡ ਲਾਈਨ ਦੇ ਬਾਹਰ ਦੇ ਪੱਕੇ ਹੋਣ ਦਾ ਵਾਅਦਾ ਕੀਤਾ ਜਾਂਦਾ ਹੈ, ਚਾਹੇ ਉਹ ਕਾਉਂਸਲਰ ਉਹ ਵੀ ਕਰ ਦਿੰਦਾ ਹੈ, ਈਵਨ ਕਿ ਉਹਦੇ ਹੱਥ 'ਚ ਕੁਝ ਨਹੀਂ, ਉਹ ਵੀ ਵਾਅਦਾ ਕਰਦਾ ਹਾਂ ਜੀ ਮੈਂ ਤੁਹਾਡਾ, ਉਦੋਂ ਤੇ ਵੋਟ ਲੈਣੀ ਹੁੰਦੀ। ਹਾਂ, ਵੋਟ ਲੈਣੀ ਹੁੰਦੀ। ਜਦੋਂ MP ਆਉਂਦੇ, MP ਦਾ ਇਲੈਕਸ਼ਨ ਆਉਂਦਾ, ਉਦੋਂ ਚਾਹੇ ਕੋਈ ਪਾਰਟੀ, ਅਗਲਾ ਕਹਿੰਦਾ ਮੈਂ ਪੱਕਾ ਕਰਾਊਂਗਾ ਤੁਹਾਡਾ ਰੈੱਡ ਲਾਈਨ, ਮੈਂ ਪੱਕਾ ਕਰਾਉਂਦਾ। ਅਸੀਂ ਛੋਟੇ ਛੋਟੇ ਹੁੰਦੇ ਸੁਣ ਰਹੇ ਆ ਵੀ ਰੈੱਡ ਲਾਈਨ ਪੱਕੀ ਹੋ ਜਾਣੀ, ਹੁਣ ਪੱਕੀ ਹੋ ਜਾਣੀ, ਤੇ ਉਹ ਲੋਕਾਂ ਨੂੰ ਆਸ ਹੈ, ਤੇ ਲੋਕ ਆਸ ਲੈ ਕੇ ਮਕਾਨ ਬਣਾਈ ਜਾਂਦੇ ਵਿਚਾਰੇ, ਨਾ ਉਹਨਾਂ ਦੀ ਰਜਿਸਟਰੀ, ਹੁਣ ਤਾਂ ਰਜਿਸਟਰੀਆਂ ਬੰਦ। ਵਿਚਾਰਿਆਂ ਨੂੰ ਪੁੱਛ ਲੈਂਦੇ। ਰਾਵਤ ਜੀ, ਤੁਸੀਂ ਲਾਲ ਡੋਰੇ ਤੋਂ ਬਾਹਰ ਵੱਸਦੇ ਜੇ, ਔਰ ਲਾਲ ਡੋਰੇ ਤੋਂ ਬਾਹਰ ਵੱਸਦੇ ਜਿਹੜੇ ਲੋਕ ਆ, ਪਹਿਲਾਂ ਉਹਨਾਂ ਨੂੰ ਪਾਣੀ ਦਿਵਾਉਣ ਦੀ ਬੜਾ ਤੁਸੀਂ ਯੁੱਧ ਕੀਤਾ, ਸੀਵਰੇਜ ਲਾਈਨਾਂ ਵਿਛਾਉਣ ਲਈ ਬੜਾ ਯੁੱਧ ਕੀਤਾ। ਆਹ ਸੜਕਾਂ ਤੁਹਾਡੇ ਮੁਤਾਬਿਕ ਤੇ ਬਣੀਆਂ ਨੇ, ਪਰ ਕਾਹਦੀਆਂ ਸੜਕਾਂ ਨੇ? ਉਹ ਹੋਰ ਤੁਸੀਂ ਬਿਜਲੀ ਲੈਣ ਲਈ ਪ੍ਰਬੰਧ ਕੀਤਾ। ਪਹਿਲਾਂ ਤਾਂ ਇਹ ਦੱਸੋ ਵੀ ਲਾਲ ਡੋਰੇ ਤੋਂ ਬਾਹਰ ਵੱਸਦੇ ਤੇ ਜਿਹੜੇ ਲਾਲ ਡੋਰੇ ਤੋਂ ਅੰਦਰ ਪਿੰਡ 'ਚ ਵੱਸਦੇ ਨੇ, ਉਹਦੇ 'ਚ ਅੰਤਰ ਕੀ ਹੈ? साहब लाल डोरे दे ਜਿਹੜੇ ਅੰਦਰ ਨੇ ਲੋਕ, ਉਹ ਤਾਂ ਰਾਜੇ ਨੇ, ਜਿਹੜੇ ਰਾਜੇ, ਜਿਹੜੇ ਬਾਹਰ ਨੇ ਉਹ ਡਿਸਪੋਜ਼ੇਬਲ ਕਰੋਕਰੀ ਨੇ। ਬਹੁਤ ਵੱਡੀ ਗੱਲ ਕਹਿ ਰਹੇ ਤੁਸੀਂ। ਅਸੀਂ ਡਿਸਪੋਜ਼ੇਬਲ ਕਰੋਕਰੀ ਇਸ ਕਰਕੇ ਕਹਿ ਰਹੇ हैं ਕਿ ਅਸੀਂ MP ਨੂੰ ਵੋਟ ਦਿੰਦੇ ਹਾਂ, ਉਹ ਪ੍ਰਧਾਨ ਮੰਤਰੀ ਵੀ ਬਣ ਸਕਦਾ, ਕੈਬਨਿਟ ਮਿਨਿਸਟਰ ਵੀ ਬਣ ਸਕਦਾ। ਸਾਡਾ ਕਾਉਂਸਲਰ ਜਿਹੜਾ ਅਸੀਂ कैबिनेट मिनिस्टर कई बने भी हैं, रहे हैं। पवन बंसल जी कैबिनेट मिनिस्टर रहे हैं, रेलवे मिनिस्टर रहे हैं, और उनके रहते हुए भी हालात यही थे, और 9 साल मोदी जी को हो गए, फिर भी हालात वही है। ਤੁਸੀਂ ਪਹਿਲਾਂ ਦੱਸੋ ਰਾਜਾ ਤੇ ਰੰਕ ਕੀ ਫਰਕ ਹੈ, ਦੱਸਣਾ ਚਾਹੁੰਦੇ? सर, रंग का फर्क यही है ना कि अंदर अगला जो मर्जी करे, कल को किसी का चाहे 2 मरले का मकान अंदर है, वो कल को 50 लाख रुपए लोन लेके और अपना फर्दर अगर कोई बिजनेस करना चाहता हो बिजनेस कर सकता है। बाहर किसी ने चाहे करोड़ रुपया लगा लिया, लेकिन उस करोड़ रुपए की जो है 10 पैसे की वैल्यू नहीं है। क्यों नहीं है? क्योंकि भाई आप जो लाल डोरे के बाहर हो, और ये जो लाल डोरा है, ये लाल डोरा आज का नहीं, ये 1886 का है, अंग्रेजों के समय का चल अंग्रेजों के टाइम का चल रहा है। और आज हम जब कहते हैं कि 1947 में हम आज़ाद हुए हैं, तो क्यों नहीं जो है हम उस कानून को छोड़ते? जब हम 1947 के आज़ाद हुए तो 47 के बाद जो बना उसको लो। लेकिन यहाँ पर भी 2 चीज़ें हैं। एडमिनिस्ट्रेशन एक्चुअल में 47 के बाद के ही रूल को जो है हमारे ऊपर एप्लीकेबल करता है। ਫਿਰ ਦੱਸੋ ਗੁਲਾਮ ਕਿਵੇਂ ਜੇ, ਜਿਹੜਾ ਤੁਸੀਂ ਮਕਾਨ ਬਣਾ ਲਿਆ, ਉਹਦੀ ਕੋਈ ਰਜਿਸਟਰੀ ਤੁਹਾਡੇ ਕੋਲ ਹੈਗੀ ਆ ਜਾਂ ਕੀ ਆ ਤੁਹਾਡੇ ਕੋਲ? सर, रजिस्ट्रियाँ भी हैं, ऐसा नहीं रजिस्ट्रियाँ नहीं हैं। दूसरी बात यह है कि जैसे मैं थोड़ा सा आपको पीछे ले जाना चाहूँगा, 2006 में इन्होंने 5 गांव जो है वो कॉर्पोरेशन में डाले। लाल डोर के बाहर की आबादी भी कॉर्पोरेशन में थी, अंदर की भी थी। बाद में इन्होंने क्या किया, वो नोटिफिकेशन रिवर्ट कर दी। रिवर्ट करने से क्या हुआ कि अंदर के लोग तो सेफ हैं, बाहर के लोग वहीं जो है एडमिनिस्ट्रेशन के अंडर कर दिए। और हालात ये है, ਅੰਡਰ ਦਾ ਮਤਲਬ ਇਹ ਕਰਦੇ ਵੀ ਪੈਰੀਫेरी कंट्रोल एक्ट 52 ਦੇ ਅੰਡਰ ਕਰ। जी, जो 1952 में पेरिफेरी कंट्रोल एक्ट बना है उसके अंडर हम लोग हैं। और इसका जो है सबसे बड़ा क्या होता है कि मैं तो अपने दिल की बता रहा हूँ, कभी अगर सवेरे 8 बजे अगर लाइट चली जाती है तो उसमें हमारे लिए दिक्कत क्या हो जाती है कि डर लगता है कि ये ना आज बुलडोजर आए, इतना डर रहता है हमें। हमारी इतनी बुरी हालत है कि हम बता नहीं सकते। हालांकि हमारे पास कई लोग गवर्नमेंट डिपार्टमेंटों से रिटायर होकर उन्होंने मकान बना लिए, कुछ ने मेरे जैसे ने मजदूरी कर करके जैसे भी हुआ थोड़ा सा झोपड़ा मैंने बना लिया। लेकिन ये है कि हम जो है, हमारी जो ज़िंदगी है, हम एक रेत के टीले के ऊपर है, वो कभी भी हवा में उठ सकता है, हम मर सकते हैं। ਸੁਖਜੀਤ ਜੀ ਬਹੁਤ ਵੱਡੀ ਗੱਲ ਕਰ ਰਹੇ ਤੇ ਕਹਿੰਦੇ ਵੀ ਰੇਤ ਦੇ ਟਿੱਲੇ ਤੇ ਬੈਠੇ ਕਿਸੇ ਵੇਲੇ ਵੀ ਫਿਸਲ ਸਕਦੇ ਆ। ਤੁਸੀਂ ਜੱਦੀ
ਵਸਨੀਕ ਜੇ, ਚੰਡੀਗੜ੍ਹ ਦੇ ਅਸਲ ਮਾਲਕ ਜੇ। ਦਰਅਸਲ ਰੌਲਾ ਹੈ ਕਿ ਹਾਲੇ ਸਮਝ ਨਹੀਂ ਪੈ ਰਹੀ। ਰੌਲਾ ਤਾਂ ਉਹੀ ਜਿੱਦਾਂ ਇਹਨਾਂ ਨੇ ਕਿਹਾ ਵੀ ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਬਣਿਆ ਹੋਇਆ ਤੇ ਜਿਵੇਂ ਹੁਣ ਜੇ ਜਿਹੜਾ ਇਹ ਕਹਿੰਦੇ ਵੀ ਰੈੱਡ ਲਾਈਨ ਹੈ, ਰੈੱਡ ਲਾਈਨ ਤੋਂ ਬਾਹਰ ਦੀ ਆਬਾਦੀ ਹੈ ਤੇ ਉਹ ਪੈਰਾਫੇਰੀ ਐਕਟ ਹੈ, ਇੱਕ ਕਾਨੂੰਨ ਜੇ ਲਾਏ ਹੋਏ ਨੇ, ਇੱਕ ਪੈਰਾਫੇਰੀ ਐਕਟ ਹੈ, ਰੈੱਡ ਲਾਈਨ ਹੈ। ਇਹ ਦੋਏ ਮੇਰੇ ਹਿਸਾਬ ਨਾਲ ਰੈੱਡ ਲਾਈਨ ਤਾਂ ਅੰਗਰੇਜ਼ਾਂ ਦੇ ਟਾਈਮ ਤੋਂ 1886 ਦੀ ਬਣੀ ਹੋਈ ਹੈ, ਉਹੀ ਐਜ ਚੱਲ ਰਹੀ ਹੈ। ਉਸੇ ਨੂੰ ਅੱਜ ਵੀ ਜੋ ਵੀ ਹੈ ਰੈੱਡ ਲਾਈਨ ਤੋਂ ਬਾਹਰ ਕਹਿ ਕੇ ਲੋਕ ਵੋਟਾਂ ਵੀ ਲੈਂਦੇ ਆ, ਸਾਰਾ ਕੁਝ ਕਰਦੇ ਆ। ਜਿਹੜੀ ਗੱਲ ਹੈ ਵੀ ਜਿਹੜੀਆਂ ਰਾਵਤ ਜੀ ਦੱਸ ਰਹੇ ਆ ਵੀ ਜਿਹੜਾ ਬਾਹਰ ਵਾਲਾ ਰੇਤ ਦਾ ਟਿੱਲਾ ਵਾਕਈ ਰੇਤ ਦਾ ਟਿੱਲਾ ਹੈ, ਇਹ ਪਤਾ ਨਹੀਂ ਹੈ ਕਦ ਕਿਹੜੇ ਪਾਸੇ ਨੂੰ ਇਹਨਾਂ ਦਾ ਬਲਡੋਜ਼ਰ ਆ ਜਾਣਾ, ਕਿਹੜੇ ਕਿਉਂਕਿ ਕੱਚੇ ਉਹਨਾਂ ਦੇ ਕਾਗਜ਼ਾਂ 'ਚ ਜੇ ਤੁਸੀਂ ਅੱਜ ਵੀ ਮਾਸਟਰ ਪਲਾਨ ਦੇਖੋਗੇ ਚੰਡੀਗੜ੍ਹ ਦਾ ਤਾਂ ਇਹ ਗ੍ਰੀਨਲੈਂਡ ਹੈ, ਖੇਤ ਹੈ, ਇਹ ਖੇਤ ਹੈ। ਹਾਂ ਖੇਤ ਹੈ ਜੀ, ਉਹਨਾਂ ਦੇ ਨਕਸ਼ਿਆਂ 'ਚ ਅੱਜ ਵੀ ਖੇਤ ਹੈ। ਕੋਈ ਉੱਥੇ ਅੱਜ ਵੀ ਜੇ ਤੁਸੀਂ ਫਰਦਾਂ ਵੀ ਲਓਗੇ ਤਾਂ ਕੋਈ ਉੱਥੇ ਮਕਾਨ ਨਹੀਂ ਲਿਖਿਆ ਹੋਇਆ ਵੀ ਗੈਰ ਮੁਮਕਿਨ ਮਕਾਨ ਹੈ। ਅੱਜ ਵੀ ਉੱਥੇ ਵਾਹੀ ਚਾਹੀ ਇਹ ਨਜ਼ਰ ਆ ਰਿਹਾ ਹੈ। ਇਹ ਰਾਵਤ ਜੀ ਜਿਵੇਂ ਬਹੁਤ ਵੱਡੀ ਗੱਲ ਕਹੀ ਆ ਸੁਖਜੀਤ ਹੋਣਾ ਨੇ ਵੀ ਮਾਸਟਰ ਪਲਾਨ ਜਿਹੜਾ ਆ 2031 ਤੱਕ ਜਿਹੜਾ ਬਣਿਆ ਪਿਆ, ਉਹਦੇ ਮੁਤਾਬਕ ਤੇ ਆ ਜਿਹੜੇ ਚਬਾਰੇ ਬਣੇ ਨੇ, ਘਰ ਬਣੇ ਨੇ, ਮੈਨੂੰ ਲੱਗਦਾ ਵੀ ਇੰਨਾ ਕੰਜਸਟਡ ਪਿੰਡ ਜਾਂ ਸ਼ਹਿਰ ਕਦੀ ਦੇਖਿਆ ਨਹੀਂ। ਸਰਕਾਰ ਮੁਤਾਬਕ ਤਾਂ ਇੱਥੇ ਖੇਤ ਨੇ। सर ऐसा है कि इसके लिए हमने जो है 2013 में जब इन्होंने मास्टर प्लान जो है रेज बने कदों दीप कंपलैक्स जिन्होंने कहते कदों बनया है? सर ये तो 1994-95 से बना हुआ है। ओके ठीक है जी, 1994-95 ਜੇ ਪ੍ਰਸ਼ਾਸਨ ਦੇ ਕਾਗਜ਼ਾਂ 'ਚ ਫਾਈਲਾਂ ਵਿੱਚ ਜਾਂ ਅਧਿਕਾਰੀਆਂ ਦੇ ਅੱਖਾਂ ਮੁਤਾਬਕ ਇੱਥੇ ਖੇਤ ਨੇ ਤੇ ਜਦੋਂ ਇਹ ਮਕਾਨ ਬਣੇ ਰਾਤੋਂ ਰਾਤ ਬਣ ਗਏ, ਪ੍ਰਸ਼ਾਸਨ ਨੇ ਦੇਖੇ ਨਹੀਂ ਸੀ? सर इन्होंने रजिस्ट्रियाँ भी की हैं और कुछ लोगों को चाहे वहाँ एक दो ही होंगे, कुछ लोगों ने उस वक्त भी लोन लिया है। नॉन इनकम्बरेंस सर्टिफिकेट जो है उनको तब भी मिला है। और रिसेंटली 2006 में जब इन्होंने जो है कॉर्पोरेशन में 5 गांव डाले थे तो जो है हमारा 7 नवंबर 2007 को दीप कम्प्लेक्स जो है वो डिनोटिफाई हुआ और 8 अप्रैल 2008 को ये जो है कॉर्पोरेशन में मर्ज किया गया और 25 सितंबर 2009 को इन्होंने नोटिफिकेशन वापस लगा दी, पेरिफेरी के अंडर दोबारा शिफ्ट कर दिया। 13 महीने 18 दिन दीप कम्प्लेक्स कॉर्पोरेशन के अंडर रहा है। उस दौरान फिर रजिस्ट्री होगी? उस दौरान रजिस्ट्रियाँ भी हुई हैं, उस दौरान कई लोगों ने नक्शे भी पास कराए। ठीक है, और कुछ लोगों ने जो है मतलब है कि उसमें अच्छी डेवलपमेंट की नक्शे पास करा के अच्छी तरह से अपने मकान बनाए, सब कुछ हुआ, प्रशासन को रेवेन्यू भी आया। और इवन कि उन 5 गाँव के इन्होंने उस वक्त मास्टर प्लान भी बना रखे थे। वो मास्टर प्लान जो है जैसे ही मतलब है कि बाद में चेंजिंग हुई 2009 में रिवर्ट हुई नोटिफिकेशन, उसके बाद हमें किसी ने नहीं पूछा कि भाई क्या है, तब वालों ने भी नहीं पूछा और अब वाले तो मिनिमम गवर्नमेंट। एक गल रावत जी समझाओ, सुखजीत ਉਹਨਾਂ ਨੂੰ ਪੁੱਛਦੇ ਆ ਵੀ ਜਦੋਂ ਸਰਕਾਰ ਦੇ ਨਕਸ਼ੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਕਸ਼ੇ 'ਚ ਇਹ ਹੈ ਵੀ ਇੱਥੇ ਕੋਈ ਦੀਪ ਕੰਪਲੈਕਸ ਨਹੀਂਗਾ, ਇਹ ਹੱਲੋ ਮਾਜਰਾ ਦਾ ਏਰੀਆ ਤੇ ਇੱਥੇ ਤੇ ਖੇਤ ਲਹਿਰਾ ਰਹੇ ਨੇ, ਗ੍ਰੀਨ ਏਰੀਆ ਆ। ਜਦੋਂ ਗ੍ਰੀਨ ਏਰੀਆ ਪ੍ਰਸ਼ਾਸਨ ਸਮਝ ਰਿਹਾ, 1994 ਤੋਂ ਮਕਾਨ ਬਣੇ, ਇੱਕ ਦਿਨ 'ਚ ਬਣੇ ਨਹੀਂ, ਸਾਲੋਂ ਸਾਲ ਬਣੇ ਹੋਣਗੇ, ਉਦੋਂ ਕੋਈ ਪਟਵਾਰੀ ਕੋਈ ਤਹਿਸੀਲਦਾਰ ਨੇ ਆ ਕੇ ਤੁਹਾਨੂੰ ਰੋਕਿਆ ਨਹੀਂ ਵੀ ਕਿਉਂ ਬਣਾ ਰਹੇ ਜੇ? सर किसी ने कुछ नहीं रोका, ਉਲਟਾ ਤਹਿਸੀਲਦਾਰ ਰਜਿਸਟਰੀਆਂ ਕਰਦੇ ਰਹੇ। रजिस्ट्रियाँ हुई 97 तक रजिस्ट्रियाँ हुई हैं। 97 में किसी ने हाईकोर्ट में रिट डाल दी, उसके बाद वो उस पर स्टे लगी है। और फिर वो स्टे जो है जब 2007-8 में जो है मतलब है कि कॉर्पोरेशन में 5 गाँव गए हैं, इनकी रजिस्ट्रियाँ हुई हैं, बाकायदा पेरिफेरी इन्होंने बाकायदा नोटिफिकेशन करी है, पेरिफेरी के से एग्जाम्पशन दी है लोगों को, उसके बाद इसको रिवर्ट कर दिया। इवन कि इस दीप कम्प्लेक्स का जो है 99 में जिस वक्त अवार्ड हुआ था, 12 जनवरी 99 को अवार्ड हुआ था और मार्च 99 में जो है तत्कालीन सांसद श्रीमान सत्यपाल जैन साहब ने जो है लोकसभा में इस मुद्दे को उठाया था कि दीप कम्प्लेक्स ऐसा है और यहाँ पर जो चंडीगढ़ के गाँव के साथ जो है ये एडमिनिस्ट्रेशन जो है डबल रोल कर रही है। ਸਵਾਲ ਇਹ ਪੈਦਾ ਹੁੰਦਾ ਵੀ ਮੈਂ ਵੀ ਚੰਡੀਗੜ੍ਹ ਲੋਕ ਸਭਾ ਦੀਆਂ ਕਈ ਇਲੈਕਸ਼ਨ ਕਵਰ ਕੀਤੀਆਂ, ਜਿੰਨੇ ਵੀ ਕੈਂਡੀਡੇਟ ਕਿਸੇ ਵੀ ਪਾਰਟੀ ਦੀ ਸੀ ਉਹ ਕਹਿੰਦੇ ਸੀ ਵੀ ਜੇ ਮੈਂ ਐਮਪੀ ਬਣ ਗਿਆ ਤੇ ਲਾਲ ਡੋਰੇ ਤੋਂ ਬਾਹਰ ਜਿੰਨੀ ਵੀ ਆਬਾਦੀ ਹੈ ਉਹਨੂੰ ਰੈਗੂਲਰ ਕਰ ਦੂੰਗਾ, ਭਾਵ ਉਹਨੂੰ ਕਾਨੂੰਨੀ ਰੂਪ ਦੇ ਦਿੱਤਾ ਜਾਊਗਾ। ਪਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਫਾਈਲਾਂ ਵਿੱਚ ਇਹ ਹੈ ਵੀ ਇਹ ਸਾਰਾ ਏਰੀਆ ਤੁਸੀਂ ਦੇਖ ਸਕਦੇ ਜੇ, ਇਹ ਸਾਰਾ ਏਰੀਆ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇਹ ਤੇ ਗ੍ਰੀਨ ਏਰੀਆ ਆ, ਹਰਿਆ ਭਰਿਆ ਏਰੀਆ। ਸੋ ਝੂਠ ਕੌਣ ਬੋਲਦਾ? ਜਿਹੜੇ ਇਲੈਕਸ਼ਨ ਲੜਦੇ ਰਹੇ ਜਾਂ ਜਿਵੇਂ ਦੱਸਿਆ ਵੀ ਇੱਕ ਐਮਪੀ ਨੇ ਤੇ
ਪਾਰਲੀਮੈਂਟ 'ਚ ਵੀ ਆਵਾਜ਼ ਉਠਾਈ ਵੀ ਲਾਲ ਡੋਰਾ ਖਤਮ ਕਰੋ ਤੇ ਜਿਹੜੀ ਬਾਹਰ ਦੀ ਆਬਾਦੀ ਉਹਨੂੰ ਰੈਗੂਲਰ ਕੀਤਾ ਜਾਵੇ। ਸੋ ਇਹ ਗੱਲ ਬੜੀ ਗੁੰਝਲਦਾਰ ਹੈ। ਅੱਗੇ ਜਾ ਕੇ ਤੁਹਾਨੂੰ ਹੋਰ ਵੀ ਪਿੰਡ ਹੱਲੋ ਮਾਜਰਾ ਤੇ ਬਾਹਰ ਵਸੀ ਆਬਾਦੀ ਜਿਹੜੀ ਹੈ ਦੀਪ ਕੰਪਲੈਕਸ ਉਹਦੇ ਕੁਝ ਦ੍ਰਿਸ਼ ਦਿਖਾਵਾਂਗੇ। ਇੱਕ ਵਾਰੀ ਫਿਰ ਲਾਲ ਡੋਰੇ ਦਾ ਫਰਕ ਸਮਝਾਉਣ ਦਾ ਯਤਨ ਕਰਾਂਗੇ। ਇਹ ਏਰੀਆ ਜਿਹੜਾ ਸਾਰਾ ਇਹ ਪਿੰਡ ਹੱਲੋ ਮਾਜਰਾ ਦੇ ਅੰਦਰ ਹੈ, ਭਾਵੇਂ ਵੀ ਲਾਲ ਡੋਰੇ ਦੇ ਅੰਦਰ ਹੈ। ਔਰ ਇਹ ਕਹਿ ਸਕਦੇ ਆ ਵੀ ਇਹਨੂੰ ਇਸ ਖੇਤਰ ਨੂੰ ਪ੍ਰਸ਼ਾਸਨ ਜਾਂ ਕਾਰਪੋਰੇਸ਼ਨ ਜਿਹੜਾ ਹੈ ਜੈਨੂਨ ਏਰੀਆ ਮੰਨਦੀ ਹੈ। ਔਰ ਜਿੱਧਰ ਤੁਹਾਨੂੰ ਲੈ ਕੇ ਜਾ ਰਹੇ ਆ ਇਧਰਲੇ ਪਾਸੇ ਇਹ ਏਰੀਆ ਜਿਹੜਾ ਆ ਇਹ ਲਾਲ ਡੋਰੇ ਤੋਂ ਬਾਹਰ ਹੈ। ਇਹ ਜਿਹੜੇ ਲੋਕ ਇੱਧਰ ਵੱਸਦੇ ਨੇ ਪ੍ਰਸ਼ਾਸਨ ਮੁਤਾਬਕ ਇਹ ਏਰੀਆ ਜਿਹੜਾ ਹੈ ਗ੍ਰੀਨ ਏਰੀਆ, ਇੱਥੇ ਕੋਈ ਉਸਾਰੀ ਨਹੀਂ ਹੋਈ। ਸੁਖਜੀਤ ਜੀ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀ ਚੰਡੀਗੜ੍ਹ ਦੇ ਜਿਹੜੇ ਪਿੰਡ ਨੇ, ਪਹਿਲਾਂ ਤੇ ਸਰਪੰਚ ਸੀ, ਤੁਸੀਂ ਵੀ ਸਰਪੰਚ ਸੀ ਹੱਲੋ ਮਾਜਰਾ ਦੇ, ਉਹ ਜਿਹੜੇ ਪਿੰਡ ਨੇ ਪੰਚਾਇਤਾਂ ਜਿਹੜੀਆਂ ਸਾਰੀਆਂ ਡਿਜੋਲਵ ਕਰਕੇ ਭੰਗ ਕਰਕੇ ਕਾਰਪੋਰੇਸ਼ਨ ਦੇ ਅੰਡਰ ਆ ਗਈਆਂ। ਟੋਟਲ ਜਿਹੜੇ 22 ਪਿੰਡ ਨੇ ਉਹਨਾਂ ਦੀ ਲਾਲ ਡੋਰੇ ਤੋਂ ਬਾਹਰ ਕਿੰਨੇ ਕੁ ਘਰ ਹੋਣਗੇ, ਕਿੰਨੇ ਕੁ ਲੋਕ ਵੱਸਦੇ ਨੇ? ਦੇਖੋ ਸਾਡੇ ਪਿੰਡ ਦੀ, ਜਦੋਂ ਮੈਂ ਆਪਣੇ ਪਿੰਡ ਦੀ ਦੱਸਦਾ ਤੁਹਾਨੂੰ, ਇੱਥੇ 2000 ਘਰ ਬਾਹਰ ਹੈ, 600 ਘਰ ਅੰਦਰ ਹੈ, 2000 ਬਾਹਰ ਹੈ। ਤੇ ਇਸ ਤਰ੍ਹਾਂ ਜੇ ਆਪਾਂ ਬਾਕੀ ਪਿੰਡਾਂ ਦੀ ਗੱਲ ਕਰੀਏ ਤਾਂ ਮੈਨੂੰ ਐਂ ਲੱਗਦਾ ਵੀ ਹਰੇਕ ਪਿੰਡ 'ਚ 1500 ਦਾ ਹੈਗਾ। ਤੇ ਮੇਰੇ ਹਿਸਾਬ ਨਾਲ 20-30 ਹਜ਼ਾਰ ਘਰ ਹੋਊਗਾ ਜਿਹੜਾ ਪੂਰੇ ਚੰਡੀਗੜ੍ਹ 'ਚ ਰੈੱਡ ਲਾਈਨ ਤੋਂ ਬਾਹਰ ਬੈਠਿਆ। ਕਿੰਨਾ ਹੋਏਗਾ? 20-30 ਹਜ਼ਾਰ ਇੰਨਾ ਘਰ ਹੋਏਗਾ ਜੀ। ਸਾਡਾ ਮਤਲਬ ਜਿਹੜੇ 20-25 ਹਜ਼ਾਰ ਘਰ ਨੇ ਜਾਂ ਪਰਿਵਾਰ ਨੇ ਉਹਨਾਂ ਦੇ ਸਿਰ ਤੇ ਤਲਵਾਰ ਲਟਕੀ ਹੈ। ਪ੍ਰਸ਼ਾਸਨ ਮੁਤਾਬਕ ਉਹ ਗੈਰ ਕਾਨੂੰਨੀ ਨੇ। ਕਾਨੂੰਨੀ ਨੇ, ਬਿਲਕੁਲ ਗੈਰ ਕਾਨੂੰਨੀ ਨੇ। ਉਹ ਪੈਰਾਫੇਰੀ ਐਕਟ ਹੈ ਜਿਹੜਾ, ਉਹ ਕੋਈ ਅੰਗਰੇਜ਼ੀ ਦਾ ਵਰਡ ਉਹੀ ਲਾਇਆ ਹੋਇਆ, ਪਰ ਉਹ ਪਤਾ ਨਹੀਂ ਕਿਸ ਤਰ੍ਹਾਂ ਲਾਗੂ ਹੁੰਦਾ, ਕਿਆ ਉਹਦਾ ਸਿਸਟਮ ਹੈ। ਹੁਣ ਜਿਵੇਂ ਰਾਵਤ ਜੀ ਨੇ ਇੱਕ ਗੱਲ ਕਹੀ ਸੀ ਵੀ ਰੈੱਡ ਲਾਈਨ ਤੋਂ ਬਾਹਰ ਅੰਦਰ ਵਾਲੇ ਰਾਜੇ ਹੈ, ਮੈਂ ਕਹਿੰਦਾ ਰਾਜੇ ਨੇ ਉਹ ਕੈਦੀ ਰਾਜੇ ਹੈ, ਜਿਵੇਂ ਕੈਦ ਕਰਕੇ ਰੱਖੇ ਹੋਏ ਹੈ। ਉਹ ਇਸ ਤਰ੍ਹਾਂ ਜੀ ਹੁਣ ਜਿਹੜੇ ਰੈੱਡ ਲਾਈਨ ਤੋਂ ਤੁਸੀਂ ਵੀ ਰਾਜੇ ਨਹੀਂ ਮੰਨਦੇ, ਉਹ ਵੀ ਆਪਣੇ ਆਪ ਨੂੰ ਰਾਜੇ ਨਹੀਂ ਮੰਨਦੇ। ਬਿਲਕੁਲ ਉਹ ਸਾਨੂੰ ਰਾਜੇ ਇਸ ਕਰਕੇ ਕਹਿ ਦਿੰਦਾ ਵੀ ਤੁਹਾਡੇ ਨਕਸ਼ੇ ਪਾਸ ਹੋ ਰਹੇ ਹੈ ਜਾਂ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਜੀ, ਵੀ ਸਹੂਲਤਾਂ ਮਿਲਦੀਆਂ ਇੱਥੇ ਰੈੱਡ ਲਾਈਨ ਤੋਂ ਅੰਦਰ ਦੀਆਂ, ਬਾਹਰ ਮਿਲਦੀਆਂ ਨਹੀਂ ਹੈਗੀਆਂ। ਪਰ ਰੈੱਡ ਲਾਈਨ ਤੋਂ ਅੰਦਰ ਦੀ ਗੱਲ ਕਰੀਏ ਤਾਂ 2-2 ਮਰਲੇ, ਕਿਸੇ ਕੋਲ 1-1 ਮਰਲਾ ਹੈਗਾ, ਉਹ ਕਿੱਥੇ ਨਕਸ਼ਾ ਪਾਸ ਕਰਾਊਗਾ ਜੀ? ਉਹ ਕਿੱਥੇ 20% 30% ਜਗ੍ਹਾ ਛੱਡੂਗਾ? ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ, ਮੈਨੂੰ ਦੱਸੋ ਤਾਂ ਸਹੀ, ਰੈੱਡ ਲਾਈਨ ਦੇ ਅੰਦਰ ਅੱਜ ਤੱਕ, ਜਦੋਂ ਇਹ ਕਾਰਪੋਰੇਸ਼ਨ 2006 ਤੋਂ ਆਈ ਹੈ, ਅੱਜ 2023 ਹੈ, ਮੈਨੂੰ ਪ੍ਰਸ਼ਾਸਨ ਦੱਸੇ, ਕਾਰਪੋਰੇਸ਼ਨ ਦੱਸੇ ਵੀ ਕਿੰਨੇ ਕੁ ਨਕਸ਼ੇ ਤੁਸੀਂ ਰੈੱਡ ਲਾਈਨ ਦੇ ਅੰਦਰ ਪਾਸ ਕਰੇ ਆ। ਰੈੱਡ ਲਾਈਨ ਦੇ ਅੰਦਰ ਤੁਸੀਂ ਬਾਹਰ, ਤੁਹਾਡੇ ਅੰਦਰ ਏਰੀਆ ਨਹੀਂ ਹੈਗਾ, ਉੱਥੇ ਤੁਸੀਂ ਨਕਸ਼ੇ ਪਾਸ ਨਹੀਂ ਕਰਨੇ। ਅੰਦਰ ਤੁਹਾਡੇ ਏਰੀਆ ਤੇ ਕਿੰਨੇ ਕੁ ਤੁਸੀਂ ਅੱਜ ਤੱਕ ਮਕਾਨਾਂ ਦੇ ਨਕਸ਼ੇ, ਔਰ ਕਿਹੜੇ ਨਕਸ਼ੇ ਲੈ ਕੇ ਗਿਆ? 2-2 ਮਰਲੇ ਵਾਲਾ, 1-1 ਮਰਲੇ ਵਾਲਾ। ਅੱਜ ਵੀ ਪੇਂਡੂ ਸੰਘਰਸ਼ ਦੇ ਤੌਰ ਤੇ ਅਸੀਂ ਲੜਾਈ ਲੜ ਰਹੇ ਹਾਂ। ਉੱਥੇ ਜਿਹੜੇ ਬਿਲਡਿੰਗ ਬਾਏ ਲਾਜ਼ ਹੈ ਉਹਨਾਂ ਨੂੰ ਅਸੀਂ ਕਰਵਾ ਰਹੇ ਵੀ ਨਾ, ਚੇਂਜ ਕਰੋ। ਤੁਸੀਂ ਕਿੱਥੇ ਲਾਗੂ ਕਰ ਰਹੇ ਹੈ ਜਿੱਥੇ ਐਡੀ ਬਲਕਿ ਆਬਾਦੀ ਹੈ, ਜਿੱਥੇ 2-2 3-3 ਮਰਲੇ ਲੋਕਾਂ ਕੋਲ ਜਗ੍ਹਾ, ਉਹ ਕਿਵੇਂ ਪਾਸ ਕਰਾ ਲੈਣਗੇ ਜੀ? ਇਹ ਸਾਡੀ ਇਤਰਾਜ਼ ਦੀ ਹੈ। ਰਾਵਲ ਜੀ, ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਜਿਹੜੀ ਤੁਸੀਂ ਗੱਲ ਕਰਦੇ ਜੇ ਵੀ ਇਹ ਲਾਲ ਡੋਰੇ ਦੇ ਅੰਦਰ ਤੇ ਬਾਹਰ ਹੈ, ਤੇ ਜਿਹੜੀਆਂ ਇਹ ਘਰ ਮਕਾਨ ਬਣਾਏ ਇਹਨੂੰ ਪ੍ਰਵਾਨਗੀ ਨਹੀਂ ਦਿੰਦਾ ਪ੍ਰਸ਼ਾਸਨ। ਪ੍ਰਸ਼ਾਸਨ ਦੇ ਕਾਨੂੰਨ ਮੁਤਾਬਕ ਲਾਲ ਡੋਰੇ ਤੋਂ ਬਾਹਰ ਜਿਹੜੀ ਜ਼ਮੀਨ ਹੁੰਦੀ ਆ ਉਹਦੇ ਤੇ ਪੈਰੀਫੇਰੀ ਕੰਟਰੋਲ ਐਕਟ 1952 ਲੱਗਦਾ ਹੈ, ਜਿਹਦੇ ਤਹਿਤ ਇਹ ਵੀ ਇਸ ਥਾਂ ਤੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ, ਕੇਵਲ ਖੇਤ ਹੀ ਹੋ ਸਕਦੇ ਨੇ ਤਾਂ ਜੋ ਚੰਡੀਗੜ੍ਹ ਦੇ ਲੋਕਾਂ ਨੂੰ ਆਕਸੀਜਨ ਮਿਲੇ। सर एक्चुअली तो पहली बात तो ये कि ये जो पेरिफेरी कंट्रोल एक्ट है ये इन्होंने फ्रेम किया था 1952 में, जिस वक्त जो है पूरा पंजाब अमृतसर से लेके और दिल्ली तक एक था। हिमाचल बीच में था, हरियाणा बीच में था, चंडीगढ़ तो था ही था। 66 में जब ये चीज़ अलग अलग हो गई, पूरे पंजाब के 4 हिस्से हो गए, हिमाचल अलग हो गया, हरियाणा अलग हो गया, पंजाब अलग हो गया, चंडीगढ़ इन्होंने यूटी में रख दिया। लेकिन क्या करें कि जो पेरिफेरी कंट्रोल एक्ट था वो उठा के इन्होंने जो फोर्सफुली इम्प्लीमेंट किया है चंडीगढ़ की एग्रीकल्चरल लैंड के ऊपर। उस वक्त क्या था कि हमारे जो गांव के जो लोग थे वो शरीफ थे, सीधे थे, इतने पढ़े लिखे नहीं थे, इतनी इन्वॉल्वमेंट सिस्टम के अंदर नहीं थी। उसका इन्होंने फ़ायदा उठाया कि लोगों को बेवकूफ़ बनाया, और आज भी ये वही कर रहे हैं। एक मेरा सवाल अलग है कि 1952 में एक इन्होंने धारा 370 बनाई जम्मू कश्मीर के लिए, और वो भी जो है मोदी ਆਪਾਂ ਜੰਮੂ ਵੱਲ ਨਹੀਂ ਜਾਂਦੇ, ਮੈਂ ਜੰਮੂ ਵੱਲ ਜਾਣਾ ਨਹੀਂ ਚਾਹੁੰਦਾ। ਚੰਡੀਗੜ੍ਹ ਮੈਨੂੰ ਇੱਕ ਦੱਸੋ ਕਿ 1952 ਦੇ ਐਕਟ ਤਹਿਤ ਚੰਡੀਗੜ੍ਹ ਦੇ ਕਿਸੇ ਵੀ ਪਿੰਡ ਦੇ ਲਾਲ ਡੋਰੇ ਤੋਂ ਬਾਹਰ ਉਸਾਰੀ ਨਹੀਂ ਹੋਈ? सर उसारियाँ क्या नहीं हुई, इन्होंने क्या करा कि अभी जो है रिसेंटली आप देखोगे तो आईटी पार्क बना हुआ है
जी। किशनगढ़ की ज़मीन में, किशनगढ़ मनीमाजरा के एरिया में। ओके। जब वो एरिया जो है पेराफेरी में पड़ता है तो वो कंस्ट्रक्शन कैसे हो गई? वो पेरिफेरी कंट्रोल एक्ट वो भी पेराफेरी की वायलेशन है। मनीमाजरा में इन्होंने मॉडर्न हाउसिंग कॉम्प्लेक्स बनाया है, वो भी पेराफेरी की वायलेशन है। मनीमाजरा में एनएसी आपने देखा होगा, नोटिफाइड एरिया कमेटी के अंडर कर दिया। वो कैसे कर दिया? जब पेराफेरी है तो पेराफेरी वहाँ क्यों नहीं जो है स्ट्रिक्टली इम्प्लीमेंट होती है? हमारे ऊपर क्यों होती है? 48 सेक्टर 49 सेक्टर जितना भी ये कर रहे हैं, फ्लैट बना रहे हैं, ये कर रहे हैं। इवन कि पीछे इन्होंने जो रिहेबिलिटेशन कॉलोनियाँ थी, जो ये जे डॉलर्स होते हैं, उन्होंने जितनी गवर्नमेंट 25,000 फ्लैट बनाए थे मुड़ वसेबे ਲਈ। वो जितने भी लोग जो है जिन्होंने सरकारी ज़मीन जो है वो घेरी है और उसके बाद उनको कहा कि नहीं जी आप सरकारी ज़मीन छोड़ दो, आपको हम प्रॉपर प्लाट काट के देते हैं या घर बना के देते हैं या फ्लैट बना के देते हैं। और हमें कह रहे हैं कि जी तुम तो बिल्कुल ही लावारिस हो, हम डिस्पोजेबल क्रॉकरी हैं। डिस्पोजेबल क्रॉकरी हम पॉलिटिशियंस के लिए कि हम जिस टाइम हमने जो है वोट डालनी होती है उस टाइम जो है वो हर एक को हमें धूप बत्ती दिखाने को तैयार हैं, लेकिन जब वो काम हो जाता है उसके बाद वो कहते हैं जी आप कौन, आपको हम नहीं जानते। ਇਹ ਬਹੁਤ ਵੱਡੇ ਦੁੱਖ ਨੇ, ਇਹਨਾਂ ਬਾਰੇ ਗੱਲ ਚੱਲਦੀ ਰਹੂਗੀ। ਥੋੜਾ ਤੁਹਾਨੂੰ ਪਿੰਡ ਹੱਲੋ ਮਾਜਰਾ ਤੇ ਲਾਲ ਡੋਰੇ ਤੋਂ ਬਾਹਰ ਵਸੇ ਦੀਪ ਕੰਪਲੈਕਸ ਬਾਰੇ ਤੇ ਹੋਰ ਦੁਖਾਂਤ ਵੀ ਦਿਖਾਉਂਦੇ ਹਾਂ। ਰਾਵਲ ਜੀ, ਇੱਥੇ ਕਈ ਸਾਲਾਂ ਤੋਂ ਮੈਂ ਦੇਖ ਰਿਹਾ ਧਰਨੇ ਵੀ ਲੱਗਦੇ ਰਹੇ ਨੇ, ਲੰਬਾ ਸਮਾਂ ਭੁੱਖ ਹੜਤਾਲਾਂ ਵੀ ਚੱਲਦੀਆਂ ਰਹੀਆਂ, ਤੁਸੀਂ ਸਰਕਾਰੇ ਦੁਬਾਰੇ ਮੈਮੋਰੈਂਡਮ ਵੀ ਦਿੰਦੇ ਰਹੇ ਜੇ। ਇਹ ਕਈ ਵਾਰੀ ਇਦਾਂ ਵੀ ਲੱਗਾ ਵੀ ਜਿਵੇਂ ਬੁਲਡੋਜ਼ਰ ਆ ਗਏ ਜਾਂ ਅੱਜ ਤੇ ਦੀਪ ਕੰਪਲੈਕਸ ਮਲੀਆ ਮੇਟ ਕਰ ਦੇਣਾ, ਉਹਨਾਂ ਨੂੰ ਕਿਵੇਂ ਫੇਸ ਕਰਦੇ ਰਹੇ ਹੋ? ਇਹ ਕਿੰਨੀ ਕੁ ਵਾਰੀ ਇਹ ਘਟਨਾ ਵਾਪਰੀ? सर पहले जो है 2004 में हुआ था। उस वक्त जो है उस टाइम के राष्ट्रपति थे हमारे अब्दुल कलाम साहब, उन्होंने कहा जी गांव की डेवलपमेंट करो, लेकिन हमारे गांव को बुलडोज़र मिला। उसके बाद 2005 में सडनली पता लग गया कि भाई अब तैयारी पूरी है। रात के 2 बजे में पंजाबी ट्रिब्यून के सरदार त्रिलोचन सिंह जी को रिक्वेस्ट करी कि महाराज क्या होगा, तो उन्होंने एक चीज़ की श्योरिटी दी थी कि भाई अगले 2 दिन में डॉक्टर मनमोहन सिंह चंडीगढ़ आने वाले हैं, 2 दिन तक आप बचे हो, तीसरे दिन की मैं नहीं कहता। उसके बाद डॉक्टर मनमोहन सिंह को भी अप्रोच की और इवन कि उस टाइम के एक पंजाबी ट्रिब्यून के रिपोर्टर और थे बलविंदर जम्मू जी, उन्होंने जो प्राइम मिनिस्टर की प्रेस कॉन्फ्रेंस हुई थी उनमें पूछा था कि सर व्हाट अबाउट पेराफेरी, बट उन्होंने उस वक्त उन्होंने जवाब नहीं दिया। उसके बाद जब 2014 के बाद सरकार बदल गई, दूसरे प्रधानमंत्री आए, उनके कार्यकर्ताओं ने कहा कि मोदी साहब लाल डोरा बढ़ाना है। वो कहते जी लाल डोरा सफ़ेद डोरा छोड़ो और स्मार्ट सिटी बनाओ। उसके बावजूद जो है मैं खुद अकेला 5 चिट्ठियाँ उनको लिख चुका हूँ, जिसमें से जो है अभी लास्ट टाइम 2021 में जो अभी हमारे पास एडवाइज़र साहब हैं धर्मपाल जी, उन्होंने एक स्टेटमेंट दी थी कि भाई जो चंडीगढ़ की गांव की डेवलपमेंट होगी वो अकॉर्डिंग टू मास्टर प्लान होगी। और मास्टर प्लान में जो है इन्होंने क्या कर रखा है कि गांव के लाल डोरे के बाहर की जितनी आबादी है टोटली ग्रीन बेल्ट दिखा रखी है, सब ग्रीन बेल्ट है, कहीं कोई कंस्ट्रक्शन अवेलेबल नहीं है। जबकि आज भी आप अगर गूगल पे सर्च मारोगे तो गूगल पे जो है डिजिटल सर्वे 2006 में हुआ था, सारे गांव के लाल डोरे के बाहर के कंस्ट्रक्शन जो है उस पर अवेलेबल है, आपको उस पर दिख जाएंगे। वो भी प्रशासन का डॉक्यूमेंट ही है, वो भी डॉक्यूमेंट है। और रिसेंटली जब धर्मपाल जी ने बयान दिया तो मैंने जो है इसके लिए ये चिट्ठी लिखी थी जो है मोदी जी को, और उनको कहा था कि जी ये चीज़ है, ये क्या होगा। तो इसका भी इन्होंने फॉरवर्डिंग लेटर मुझे तो दे दिया पीएमओ से, एडमिनिस्ट्रेशन क्या कर रहा है कुछ नहीं पता। ठीक है ना। तो ये है कि जो फाइनल सिस्टम है, फाइनल सिस्टम ये है कि ये सिर्फ मुझे कहीं ऐसा लगता है क्योंकि जो काम करने का तरीका है उसमें कहीं ना कहीं ये लग रहा है कि भाई ये हम लोगों को सिर्फ जो है यूज़ करना चाहते हैं। एक मेरे दिमाग 'ਚ सवाल आ रहा है, 1994 ਤੋਂ ਲਾਲ ਡੋਰੇ ਤੋਂ ਬਾਹਰ ਹੱਲੋ ਮਾਜਰਾ ਦੀਪ ਕੰਪਲੈਕਸ ਬਣਿਆ, 6 ਤੇ 23 29 ਸਾਲ ਹੋ ਗਏ। 29 ਸਾਲਾਂ 'ਚ ਜਿਹੜੇ ਘਰ ਦੀ ਛੱਤ ਥੱਲੇ ਤੁਸੀਂ ਸੌਂਦੇ ਜੇ, ਉੱਥੇ ਰਹਿੰਦੇ ਜੇ, ਨਿੱਘ ਮਾਣਦੇ ਜੇ, ਤੁਹਾਡਾ ਮਤਲਬ ਤੁਹਾਨੂੰ 24 ਘੰਟੇ ਬਲਡੋਜ਼ਰਾਂ ਦੀ ਆਵਾਜ਼ ਗੂੰਜਦੀ ਰਹਿੰਦੀ ਹੈ? बहुत बड़ा डर है। इवन कि ये होता है, मैंने अभी थोड़ी देर पहले भी कहा था कि सुबह अगर 8 बजे लाइट चली गई ना तो ये होता है कि कहीं आज अटैक तो न कर देंगे। हमारी ये हालत है, बिल्कुल सहम है हमें। मतलब ये कि चाहे किसी ने करोड़ रुपया लगा रखा है, उसकी 0.01% वैल्यू नहीं है, कुछ नहीं है। हम ਜਿਹੜਾ ਮਕਾਨ ਇਹ ਬਣੇ ਨੇ ਹੱਲੋ ਦੀਪ ਕੰਪਲੈਕਸ 'ਚ, ਉਹਨਾਂ ਦੀ ਸੇਲ ਪਰਚੇਜ ਸੰਭਵ ਨਹੀਂ ਕਿ ਰਜਿਸਟਰੀਆਂ ਨਹੀਂ ਹੁੰਦੀਆਂ?
रजिस्ट्रियाँ नहीं होती हैं, सेल परचेज पॉसिबल नहीं है। किसी के पास वैसे अगर बेचारे के पास वैसे 2-4 रुपए होंगे फालतू तो वो शायद लगा देगा, इन्वेस्टमेंट कर लेगा, अदरवाइज उसका बेनिफिट कोई नहीं है। ਓਕੇ ਸੁਖਜੀਤ ਜੀ, ਤੁਹਾਨੂੰ ਸਵਾਲ ਇਹ ਹੈ ਵੀ ਜਿਵੇਂ ਰਾਵਤ ਹੋਣਾ ਵੀ ਦੱਸਿਆ ਵੀ ਜਿਹੜੇ ਕੁਝ ਲੋਕਾਂ ਨੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕੀਤੇ ਸੀ, ਪ੍ਰਸ਼ਾਸਨ ਨੇ, ਗਰੀਬ ਲੋਕ ਸੀ ਉਹ, ਪ੍ਰਸ਼ਾਸਨ ਨੇ ਉਹਨਾਂ ਨੂੰ ਫਲੈਟ ਬਣਾ ਕੇ ਦਿੱਤੇ 25,000 ਦੇ ਕਰੀਬ ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰ, ਜਿੱਥੇ ਪੈਰੀਫੇਰੀ ਕੰਟਰੋਲ ਐਕਟ ਲਾਗੂ ਹੁੰਦਾ, ਪਰ ਉਹਨਾਂ ਨੂੰ ਉਹ 'ਚੋਂ ਛੋੜ ਦਿੱਤੀ। ਪਹਿਲੋਂ ਪਿੰਡਾਂ ਦੇ ਲੋਕਾਂ ਕੋਲੋਂ ਜ਼ਮੀਨ ਸਸਤੇ ਭਾਅ ਦੇ ਖਰੀਦੀ, ਫਿਰ ਉਹਨਾਂ ਦੇ ਫਲੈਟ ਬਣਾਏ, ਫਿਰ ਰਿਲੈਕਸ ਕੀਤਾ ਵੀ ਤੁਸੀਂ ਇੱਥੇ ਰਹਿ ਸਕਦੇ ਜੇ। ਜਦੋਂ ਤੁਸੀਂ ਲਾਲ ਡੋਰੇ ਤੋਂ ਬਾਹਰ ਕੋਈ ਚੀਜ਼ ਬਣਾਉਂਦੇ ਜੇ, ਕੋਈ ਬਿਲਡਿੰਗ ਬਣਾਉਂਦੇ ਜੇ, ਜਾਂ ਆਪਣਾ ਘਰ ਹੀ ਤੁਸੀਂ ਕਿਤੇ ਐਕਸਟੈਂਸ਼ਨ ਕਰਦੇ ਜੇ, ਉੱਥੇ ਬਲਡੋਜ਼ਰ ਕਿਉਂ ਆਉਂਦੇ ਆ? ਪਿੰਡਾਂ 'ਚ ਆਉਂਦੇ ਆ ਜੀ। ਪਿੰਡਾਂ ਦੇ ਇਹ ਹੈ ਵੀ ਪਿੰਡਾਂ ਦੇ ਜਿਹੜੀ ਪੰਜਾਬੀ ਆਬਾਦੀ, ਮੈਂ ਤਾਂ ਇਹ ਕਹੂੰਗਾ ਵੀ ਉਹਨੂੰ ਕਿਤੇ ਨਾ ਕਿਤੇ ਇਹਨਾਂ ਨੇ ਜਿਵੇਂ ਖਤਮ ਕਰਨਾ ਸੀ, ਉਹ ਕੁਦਰਤੀ ਐਸਾ ਵਰਤਾਰਾ ਵਰਤ ਗਿਆ ਵੀ ਮੈਂ ਰੈਡਲੈਂਡ ਤੋਂ ਅੰਦਰ ਦੀ ਗੱਲ ਕਰੀ ਹੈ, ਉਹ ਸਾਨੂੰ ਰਾਜੇ ਦੱਸੀ ਜਾਂਦੇ ਆ, ਰੈਡਲੈਂਡ ਦੇ ਅੰਦਰ ਕਹਿੰਦੇ ਰਾਜੇ ਹੈ ਬਾਹਰ ਵਾਲੇ, ਕਿਉਂਕਿ ਉਹਨਾਂ ਨੂੰ ਡਰ ਹੈ, ਉਹਨਾਂ ਦੇ ਪੱਕੇ ਨਹੀਂ ਹੈ। ਅਸੀਂ ਪੱਕੇ ਆ ਪਰ ਸਾਨੂੰ ਕੋਈ ਕਾਰਪੋਰੇਸ਼ਨ ਤੋਂ ਅੱਜ ਤੱਕ ਕਿਸੇ ਨੂੰ ਕੋਈ ਰਾਹਤ ਨਹੀਂ ਹੈ, ਨਾ ਕਿਸੇ ਦਾ ਨਕਸ਼ਾ ਪਾਸ ਹੁੰਦਾ। ਪਾਣੀ ਬਿਜਲੀ ਦਾ ਤੁਸੀਂ ਕਨੈਕਸ਼ਨ ਲੈਣੇ ਚਲੇ ਜਾਓ, ਉਹ ਕਹਿਣਗੇ ਤੁਸੀਂ ਨਕਸ਼ਾ ਪਾਸ ਕਰਾਓ। ਦੱਸੋ ਅਸੀਂ 2 ਮਰਲੇ ਦਾ, 3 ਮਰਲੇ ਦਾ, 4 ਮਰਲੇ ਕਿਸ ਤਰ੍ਹਾਂ ਨਕਸ਼ਾ ਪਾਸ ਕਰਿਆ? ਜਿਹੜਾ ਅਸੀਂ ਨਕਸ਼ਾ ਬਣਾਇਆ ਉਹਨਾਂ ਦੇ ਫਿੱਟ ਨਹੀਂ ਆ ਰਿਹਾ, ਉਹਨਾਂ ਦੇ ਬਿਲਡਿੰਗ ਬਾਇਲਾਸ 'ਚੋਂ ਨਕਸ਼ਾ ਠੀਕ ਨਹੀਂ ਹੈ। ਹੁਣ ਅਸੀਂ ਢਾਈਏ ਮਕਾਨ ਨੂੰ ਤਾਂ ਕਨੈਕਸ਼ਨ ਲਈ। ਸੋ ਇਹ ਵੱਡੀ ਪ੍ਰੋਬਲਮ ਪਿੰਡਾਂ ਵਾਲੇ ਲੋਕਾਂ ਵਾਸਤੇ ਹੈ ਜੀ। ਪਿੰਡਾਂ ਦੇ ਲੋਕ ਹੁਣ ਸਾਡਾ ਸਿਸਟਮ, ਸਾਡੀ ਮਾਨਸਿਕਤਾ ਇਹ ਬਣਾਤੀ ਇਹਨਾਂ ਨੇ, ਪ੍ਰਸ਼ਾਸਨ ਨੇ, ਇੱਥੇ ਦੇ ਮੈਂ ਕਹਿੰਦਾ ਬੇਈਮਾਨ ਅਫਸਰਾਂ ਨੇ, ਵੀ ਸਾਡੇ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਪਿੰਡਾਂ 'ਚ ਰਹਿਣਾ ਨਹੀਂ ਚਾਹੁੰਦੇ। ਅਸੀਂ ਕਈ ਲੋਕਾਂ ਨੂੰ ਅਸੀਂ ਸਹਿੰਦੇ ਆ ਵੀ ਪਿੰਡਾਂ 'ਚ ਰਹੋ, ਪਰ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਯਾਰ ਇੱਥੇ ਆਬਾਦੀ ਬਾਹਰ ਤੋਂ ਆ ਕੇ ਵਸ ਗਈ, ਕੰਜਸਟਡ ਹੈ, ਸਾਡਾ ਮਕਾਨ ਪਾਸ ਨਹੀਂ ਹੁੰਦਾ, ਸਾਡੇ ਅਸੀਂ ਲੋਨ ਨਹੀਂ ਲੈ ਸਕਦੇ। ਹੁਣ ਜਿਵੇਂ ਰਾਵੀ ਨੇ ਰੈਡਲੈਂਡ ਤੋਂ ਬਾਹਰ ਤਾਂ ਹੈ ਹੀ ਨਹੀਂ, ਤਾਂ ਇਹਦਾ ਕਾਗਜ਼ਾਂ 'ਚ ਹੈ, ਗ੍ਰੀਨ ਖੇਤੀ ਵਾਲਾ ਏਰੀਆ ਸਾਰਾ ਜੋ ਅੱਜ ਕਾਗਜ਼ਾਂ 'ਚ ਅਸੀਂ ਹੈਗੇ ਆ, ਸਾਡਾ ਕੋਈ ਨਕਸ਼ਾ ਪਾਸ ਨਹੀਂ ਹੈਗਾ, ਅਸੀਂ ਕੋਈ ਲੋਨ ਨਹੀਂ ਲੈ ਸਕਦੇ। ਜੇ ਤੁਸੀਂ ਕਿਸੇ ਬੈਂਕ 'ਚ ਚਲੇ ਜਾਓ ਜੀ, ਅੱਜ ਤੁਸੀਂ ਵੈਸੇ ਹੀ ਕਿਸੇ ਨੂੰ ਪੁੱਛ ਲਓ, ਤੁਹਾਡੇ ਮਾਧਿਅਮ ਰਾਹੀਂ ਕਿਸੇ ਨੂੰ ਪੁੱਛ ਲਓ ਵੀ ਮੈਂ ਹੈਲੋ ਮਾਜਰੇ ਰੈਡਲੈਂਡ ਦੇ ਅੰਦਰ ਲੋਨ ਲੈਣਾ, ਬੈਂਕ ਕਹਿੰਦਾ ਵੀ ਰੈਡਲੈਂਡ ਦੇ ਅੰਦਰ ਦੀ ਗੱਲ ਨਾ ਕਰ, ਬਾਹਰ ਦੀ ਕਰ। ਬਾਹਰ ਵਾਲਿਆਂ ਕੋਲ ਕੁਝ ਹੈ ਨਹੀਂ, ਬਾਹਰ ਵਾਲੇ ਕਿੱਥੋਂ ਦੇਣਗੇ ਜੀ, ਉਹ ਕਿੱਥੋਂ ਲੈਣਗੇ? ਸੋ ਪਿੰਡਾਂ ਦੇ ਅੰਦਰ ਤੇ ਪਿੰਡਾਂ ਦੇ ਬਾਹਰ ਵਾਲੇ ਸਾਰੇ ਹੀ ਬੜੇ ਦੁਖੀ ਹੈ। ਚਲੋ ਅੱਗੇ ਜਾ ਕੇ ਫਿਰ ਗੱਲ ਕਰਦੇ ਹਾਂ ਵੀ ਦੁਖੀ ਕਿਉਂ ਨੇ। ਰਾਵਤ ਜੀ, ਮੈਨੂੰ ਇਹ ਗੱਲ ਸਮਝ ਤੋਂ ਬਾਹਰ ਹੈ, 1994 ਤੋਂ ਲੈ ਕੇ ਲਾਲ ਡੋਰੇ ਤੋਂ ਬਾਹਰ ਪਿੰਡ ਦੀਪ ਕੰਪਲੈਕਸ ਉਸਰਿਆ ਹੈ ਨਾ, ਘਰ ਬਣੇ, ਕਿੰਨੀਆਂ ਇੱਟਾਂ, ਕਿੰਨੀਆਂ ਸੀਮਿੰਟ, ਕਿੰਨੀ ਬਜਰੀ, ਕਿੰਨਾ ਚਿਰ ਇਹ ਸਾਰਾ ਕੁਝ ਚੱਲਦਾ ਰਿਹਾ। ਇੱਕ ਪਾਸੇ ਪ੍ਰਸ਼ਾਸਨ ਦੇ ਨਕਸ਼ਿਆਂ 'ਚ ਇਹ ਗ੍ਰੀਨ ਲੈਂਡ ਹੈ ਨਾ, ਦੂਸਰੇ ਪਾਸੇ ਤੁਸੀਂ ਜਿਵੇਂ ਦੱਸਿਆ ਵੀ 1.5 ਸਾਲ ਦੇ ਕਰੀਬ ਕਾਰਪੋਰੇਸ਼ਨ ਦੇ ਅੰਡਰ ਆ, ਤੇ ਰਜਿਸਟਰੀਆਂ ਵੀ ਹੁੰਦੀਆਂ ਰਹੀਆਂ 2 ਮਰਲੇ ਦੀਆਂ, 4 ਮਰਲੇ ਦੀਆਂ, ਤਹਿਸੀਲਦਾਰ ਕਰਦਾ ਰਿਹਾ ਹੈ, DC ਦੇ ਅੰਡਰ ਆਉਂਦਾ ਆ। ਉਹ ਸਾਰਾ ਪਰਿਵਾਰ ਚੱਲਦਾ ਰਿਹਾ, ਪ੍ਰਵਾਹ ਚੱਲਦਾ ਰਿਹਾ, ਤੇ ਇਸ ਦੌਰਾਨ ਉਸਾਰੀਆਂ ਵੀ ਹੋ ਗਈਆਂ। ਫਿਰ ਪ੍ਰਸ਼ਾਸਨ ਜਦੋਂ ਇਹ ਗੱਲ ਕਹਿੰਦਾ ਵੀ ਨਹੀਂ, ਇਹ ਤੇ 1952 ਦਾ ਪੈਰੀਫੇਰੀ ਕੰਟਰੋਲ ਐਕਟ ਦੀ ਉਲੰਘਣਾ ਆ, ਕਿਸੇ ਸਿਆਸਤ ਲੀਡਰ ਕੋਲ ਬੈਠ ਕੇ, ਕਿਸੇ MP ਕੋਲ, ਕਿਸੇ ਮੇਅਰ ਕੋਲ ਕਦੀ ਤੁਸੀਂ ਦੁਖੜਾ ਨਹੀਂ ਰੋਇਆ ਵੀ ਇਹ ਇੰਨਾ ਵੱਡਾ ਧੋਖਾ ਕਿਉਂ ਹੋ ਰਿਹਾ? सर गल इस तरह है कि दुखड़ा रोया है, सारिਆਂ ਨੂੰ पता है। गल किथे अटकती है कि पॉलिटिकल विल पावर नहीं है। जिस दिन ये चाहेंगे, ये अगर आधी रात में चाहेंगे कि कल सवेरे सोमवार को जो नोटिफिकेशन छपी होनी चाहिए कि चंडीगढ़ के सारे गाँव से जो पेरीफेरी हट गई है, तो हट जाएगी, क्योंकि चंडीगढ़ जो है सेंट्रल गवर्नमेंट के अंडर आता है, यूनियन टेरिटरी है, ठीक है। होम मिनिस्ट्री जब चाहे इसको तब कर सकती है, लेकिन नहीं करना। कहानी कहाँ है कि नहीं करना, इच्छा नहीं है। नहीं तो मैं छोटा सा एग्जांपल दूंगा, जहाँ ये चाहते हैं, कहते थे लाल डोरे के बाहर 1 पैसा नहीं लगेगा। दीप कॉम्प्लेक्स में ही इन्होंने क्या किया, 2 बार उद्घाटन किया, दो साइड से जो है गलियाँ बनानी शुरू करी। वो बात अलग है कि भाई मतलब ये कि दूसरी साइड जो है बीच में आधा काम छोड़ा हुआ है, 4.5 साल हो गए। तो अगर वो हो सकता है तो सब कुछ हो सकता है, पर ये चाहते नहीं है, पॉलिटिकल विल पावर नहीं है। और मैं दोबारा बोल रहा हूँ कि जब जो है 1952 में एक जो जम्मू कश्मीर के ऊपर धारा 370 थी वो हट गई है, 1952 का पेरीफेरी कंट्रोल एक्ट क्यों नहीं हट सकता? ਕਿਉਂ ਨਹੀਂ ਹਟਿਆ ਸੁਖਜੀਤ ਜੀ? ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਭੰਗ ਕਰਤੀਆਂ। ਅੱਗੇ ਸਰਪੰਚ ਹੁੰਦਾ ਸੀ, ਮੈਂਬਰ ਪੰਚਾਇਤ ਹੁੰਦੇ ਸੀ, ਕਿਤੇ ਪ੍ਰੈਸ਼ਰ ਹੁੰਦਾ ਸੀ, ਕਿਸੇ ਤੁਸੀਂ ਪੋਲੀਟੀਕਲ ਲੀਡਰ ਨੂੰ ਮਿਲਦੇ ਸੀ। ਹੁਣ ਜਿਵੇਂ ਇਹ ਕਹਿੰਦੇ ਨੇ ਰਾਵਤ ਅਮਰਾਗ ਤੇ ਤੁਸੀਂ ਰਾਜੇ ਜੇ, ਰਾਜਿਆਂ ਦੀ ਕੀ ਹਾਲਤ ਹੈ? ਸਿਆਸੀ ਤੌਰ ਤੇ ਤੁਹਾਡੀ ਕੋਈ ਸੁਣਵਾਈ ਹੁੰਦੀ? ਸਾਨੂੰ ਸਿਆਸੀ ਤੌਰ ਤੇ ਮਾਰੇ ਇੱਕ ਪੰਚਾਇਤ ਕੋਲ 11 ਪੰਚ ਹੁੰਦੇ ਸੀ,
ਔਰ 11 ਜਣੇ ਜਦੋਂ ਅਫਸਰ ਦੇ ਬੈਂਚ ਤੇ ਬੈਠਦੇ ਸੀ ਸਾਡੀਆਂ ਮੁਸ਼ਕਲਾਂ ਹੱਲ ਹੁੰਦੀਆਂ ਸੀ ਔਰ ਪ੍ਰਭਾਵ ਪੈਂਦਾ ਸੀ। ਉਹ ਤੋਂ ਬਾਅਦ ਇਹਨਾਂ ਨੇ ਇਹੋ ਜਿਹਾ ਕਰਿਆ ਜੀ, ਇਹਨਾਂ ਨੇ ਖਾਸ ਕਰ ਜਿਹੜੀ ਅਫਸਰਸ਼ਾਹੀ ਹੈ, ਕਿਉਂਕਿ ਚੰਡੀਗੜ੍ਹ 'ਚ ਮੈਨੂੰ ਨਹੀਂ ਲੱਗਦਾ ਪੋਲੀਟੀਕਲ ਕੋਈ ਪਾਵਰ ਹੈ, ਚਾਹੇ ਉਹ MP ਹੈ, ਉਹ ਵੀ ਰੋਂਦੀ ਰਹਿੰਦੀ ਹੈ ਮੇਰੇ ਅਫਸਰ ਨਹੀਂ ਸੁਣਦੇ। ਕੌਂਸਲਰਾਂ ਦਾ, ਮੇਅਰ ਦਾ ਤਾਂ ਬੁਰਾ ਹੀ ਹਾਲ ਹੈ ਜੀ। ਉਹਨਾਂ ਦੇ ਮੈਨੂੰ ਨਹੀਂ ਲੱਗਦਾ ਵੀ ਉਹ ਪੰਚ ਤੋਂ ਵੀ ਕੋਈ ਉਹਨਾਂ ਦੀ ਵੱਡੀ ਪਾਵਰ ਹੋਊਗੀ। ਪੰਚ ਕੋਲ ਵੀ ਪਾਵਰ ਸੀ ਅੱਗੇ ਕੰਮ ਕਰਾਉਣ ਦੀ, ਬਿਜਲੀ ਪਾਣੀ ਦਾ ਤਾਂ ਕੁਝ ਛੋਟਾ ਮੋਟਾ ਕੰਮ ਸੀ ਜੋ ਇੱਕ ਪੰਚ ਕਰਾ ਦਿੰਦਾ ਸੀ ਜਾ ਕੇ। ਉਹ ਪੋਲੀਟੀਕਲ ਪਾਵਰ ਇਹਨਾਂ ਨੇ ਖਤਮ ਕਰਤੀ ਪਿੰਡਾਂ ਦੀ। ਤੇ ਅੱਜ ਪਿੰਡਾਂ ਕੋਲੋਂ ਕੌਂਸਲਰ ਹੈ, ਉਹ ਵੀ 2-3 ਏਰੀਆ ਦਾ, ਇੱਕ ਕਲੋਨੀ ਹੈ ਨਾਲ, ਉਹਦਾ ਵੀ ਹੈ ਤੇ ਉਹਦੀ ਕੋਈ ਵਿਚਾਰੇ ਕੋਲ ਪਾਵਰ ਨਹੀਂ ਹੈ। ਤੇ ਉੱਥੇ ਅਸੀਂ ਖਤਮ ਹੋਏ ਹਾਂ। ਜਿਹੜੇ ਵੀ ਕੰਮ ਹੋ ਰਹੇ, ਜਿਵੇਂ ਰਾਵਤ ਜੀ ਨੇ ਦੱਸਿਆ ਵੀ ਕੁਝ % ਸਾਡੇ ਕੰਮ ਹੋਏ ਆ, ਉਹ ਜਦੋਂ ਪਿੱਛੇ ਐਡਵਾਈਜ਼ਰ ਆਇਆ ਸੀ ਜੀ, ਉਹਦੇ ਕੋਲ ਇਹਨਾਂ ਦੀ ਆਪਣੀ ਸੀ। ਜਿਵੇਂ ਬੈਨੀਪਾਲ ਅੱਜ ਦੁਨੀਆ ਤੇ ਨਹੀਂ ਰਿਹਾ, ਜਿਹਨੇ ਕੰਪਲੈਕਸ, ਜਿਹਨੇ ਵੱਡਾ ਰੋਲ ਸੀਗਾ ਜਿਹਦਾ ਬੰਦੇ ਦਾ, ਉਹ ਵਿਚਾਰਾ ਸੰਘਰਸ਼ ਕਰਦਾ ਦੁਨੀਆ ਤੋਂ ਚਲਾ ਗਿਆ। ਉਹਦਾ ਸੁਪਨਾ ਸੀ ਵੀ ਮੈਂ ਆਪਣੀ ਜ਼ਿੰਦਗੀ ਦੇਖਾਂ। ਉਹਨੇ ਬੜਾ ਸੰਘਰਸ਼ ਕਰਿਆ 1 ਸਾਲ, ਸਾਨੂੰ ਯਾਦ, ਤੁਹਾਨੂੰ ਵੀ ਪਤਾ ਜੀ, ਰੋਡ ਦੇ ਉੱਪਰ ਸੰਘਰਸ਼ ਕਰਦੇ ਰਹੇ, ਤਾਂ ਜਾ ਕੇ ਥੋੜ੍ਹੇ ਜਿਹੇ ਮਕਾਨਾਂ ਤੇ ਬਲਡੋਜ਼ਰ ਆਉਣਾ ਬੰਦ ਹੋਇਆ। ਨਹੀਂ ਤਾਂ ਹਰ ਹਫ਼ਤੇ ਕਦੇ ਉੱਧਰ ਬਲਡੋਜ਼ਰ ਆ ਗਿਆ, ਕਦੇ ਉੱਧਰ ਕਿਸੇ ਦਾ ਇੱਟ ਲੱਗ ਰਹੀ ਹੈ ਉਹਦਾ ਚੱਕ ਲੈ ਗਏ। ਸੋ ਇਹ ਬੰਦੇ ਰਾਵਤ ਜੀ ਹੈ, ਮੈਂ ਸਾਰਿਆਂ ਦਾ ਨਾਂ ਲਵਾਂਗਾ, ਬੈਨੀਪਾਲ ਜੀ ਹੈ, ਮਾਇਆ ਰਾਮ ਜੀ ਹੈ, ਜਿਨ੍ਹਾਂ ਨੇ ਬੜਾ ਸੰਘਰਸ਼ ਕਰਿਆ। ਅਸੀਂ ਵੀ ਉਹਨਾਂ ਦੇ ਸੰਘਰਸ਼ਾਂ 'ਚ ਹਮਾਇਤ ਕੀਤੀ। ਸੋ ਸੰਘਰਸ਼ ਦਾ ਹੀ ਨਤੀਜਾ, ਲੋਕਾਂ ਨੇ ਆਪ ਥੋੜ੍ਹਾ ਬਹੁਤਾ ਸੰਘਰਸ਼ ਕਰਿਆ ਤਾਂ ਥੋੜ੍ਹੇ ਜਿਹੇ ਮਕਾਨ ਬਚੇ, ਪਰ ਬਚਿਆਂ ਵਾਲੇ ਅਜੇ ਵੀ ਨਹੀਂ ਹੈਗੇ। ਤੋ ਉਹ ਇਸ ਕਰਕੇ ਤਲਵਾਰ ਲਟਕੀ। ਰਾਵਤ ਜੀ, ਕਦੇ ਲੱਗਦਾ ਵੀ ਤੁਹਾਨੂੰ ਵੀ ਇਹ ਤਲਵਾਰ ਜਿਹੜੀ ਲਟਕੀ ਹੈ, ਵੀ ਪ੍ਰਸ਼ਾਸਨ ਕਹਿੰਦਾ ਤੁਸੀਂ ਤੇ ਗਰੀਨਰੀ ਤੇ ਬੈਠੇ ਰਿਹਾ, ਮਕਾਨ ਮਕੂਨ ਤਾਂ ਇੱਥੇ ਹੈ ਹੀ ਨਹੀਂ, ਉਹ ਕਿਤੇ ਹਟ ਜੂਗੀ? सर प्रशासन कुछ नहीं है, मैं बार बार कह रहा हूँ। प्रशासन को तो आधी रात में अगर ये कह देंगे हाँ भाई ये काम करना है, प्रशासन करेगा। किसी की कोई हिम्मत नहीं है कि कोई रोक दे, ठीक है ना। बड़े बड़े अफसरानों इतने विजय देव आए थे एडवाइजर, वो बेचारे पता नहीं 30-40 दिन में उन्होंने उठा के ट्रांसफर मारा। किसने क्या कर लिया? प्रशासन कुछ नहीं है। पॉलिटिशियन है, पॉलिटिकल विल पावर है। अगर जिस दिन सियासत चाहेगी कि ये काम होना चाहिए तब जाके होगा। इसका जो बैकलॉग है, बैकलॉग कहाँ है कि बैकलॉग सारे गांव में जितने भी हैं, मैं सारे ये दोष दूंगा कि सारे बंदे बंडे हुए हैं। किसी ने कांग्रेस की फीती लगा रखी है, किसी ने बीजेपी की लगा रखी है, किसी ने दूसरे की लगा रखी है। और जब फीतियां ला के जुबाना बंद कर लिया, बिल्कुल जुबाना बंद है। जो कांग्रेस वाला जाएगा तो बीजेपी वाला पीछे खड़ा नहीं होगा, बीजेपी वाला जाएगा कांग्रेस वाला कहता है ना मैं तो उसकी तरफ देखना ही नहीं है, लोगों ने मरना ही है। हाँ, जिस टाइम पर इलेक्शन होते हैं उस टाइम सारे मौसेरे भाई होते हैं, मेरे चाचे का ताए का सारे होते हैं, कोई मेरा रिश्तेदार निकलता है, किसी का रिश्तेदार मैं निकलता हूँ, और काम उस टाइम वो वोटें हो जाती हैं। ਸੋ ਤੁਸੀਂ ਸਾਰਾ ਬਿਰਤਾਂਤ ਸੁਣਿਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਪਿੰਡ ਹੱਲੋ ਮਾਜਰਾ ਦੇ ਲਾਲ ਡੋਰੇ ਤੇ ਬਾਹਰ ਵਸਿਆ ਦੀਪ ਕੰਪਲੈਕਸ, ਜਾਂ ਜਿਹੜੇ 18 ਪਿੰਡ ਨੇ ਚੰਡੀਗੜ੍ਹ ਦੇ, ਉਹਨਾਂ ਦੇ ਲਾਲ ਡੋਰੇ ਤੇ ਬਾਹਰ ਬਣੇ ਜਿਹੜੇ ਹਜ਼ਾਰਾਂ ਮਕਾਨ ਨੇ, ਉਹ ਲੋਕ ਕਹਿੰਦੇ ਨੇ, ਜਿਵੇਂ ਰਾਵਤ ਹੋਣਾ ਦੱਸਿਆ, ਸੁਖਜੀਤ ਹੋਣਾ ਦੱਸਿਆ, ਵੀ ਵੱਡੇ ਪੱਧਰ ਤੇ ਮਕਾਨਾਂ ਦੀਆਂ ਰਜਿਸਟਰੀਆਂ ਵੀ ਹੋਈਆਂ, ਸਾਨੂੰ ਕਾਨੂੰਨੀ ਤੌਰ ਤੇ ਪਾਣੀ, ਸੀਵਰੇਜ, ਬਿਜਲੀ ਵੀ ਮਿਲਦਾ ਹੈ, ਸਾਨੂੰ ਵੋਟਾਂ ਪਾਉਣ ਦਾ ਵੀ ਅਧਿਕਾਰ ਹੈ। ਪਰ ਅੱਜ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਸਟਰ ਪਲਾਨ ਕਹਿੰਦਾ ਹੈ, ਜਾਂ ਅਧਿਕਾਰੀ ਕਹਿੰਦੇ ਨੇ ਵੀ ਲਾਲ ਡੋਰੇ ਤੋਂ ਬਾਹਰ ਤੇ ਸਾਰੀ ਗਰੀਨਰੀ ਹੈ, ਇਹ ਜਿਹੜੇ ਮਕਾਨ ਮਕੂਨ ਬਣੇ ਨੇ ਇਹ ਤੇ ਸੁਪਨੇ ਹੈ। ਹੁਣ ਇਹਨਾਂ ਦਾ ਹੱਲ ਕਦੋਂ ਨਿਕਲੇਗਾ ਰੱਬ ਹੀ ਜਾਣਦਾ। ਪਰ ਰਾਵਤ ਵਰਗੇ ਜਿਹੜੇ ਨੇ ਜ਼ਿੰਦਗੀ ਭਰ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਆਪਣੇ ਮਕਾਨ 'ਚ ਸੌਂ ਕੇ ਵੀ ਮਹਿਸੂਸ ਕਰਦੇ ਹਾਂ ਵੀ ਸ਼ਾਇਦ ਬੁਲਡੋਜ਼ਰ ਨੇ ਕਦੋਂ ਆ ਕੇ ਸਾਡੇ ਤੇ ਕਹਿਰ ਢਾ ਦੇਣਾ।